Today we are going to discuss a very important article, the first application of Gauss's theorem, that is electric field intensity due to a uniformly charged thin wire of infinite length. ਬੇਟਾ ਸਾਡੇ ਕੋਲ ਇੱਕ ਥਿਨ ਵਾਇਰ ਹੈ ਜਿਸ ਦੀ ਲੈਂਥ ਇਨਫਾਈਨਾਈਟ ਹੈ। ਇਸ ਨੂੰ ਬੇਟਾ ਅਸੀਂ ਯੂਨੀਫਾਰਮਲੀ ਚਾਰਜਡ ਕਰ ਲਿਆ। ਇਸ ਯੂਨੀਫਾਰਮਲੀ ਚਾਰਜਡ ਵਾਇਰ ਦਾ ਬੇਟਾ ਅਸੀਂ ਇਲੈਕਟ੍ਰਿਕ ਫੀਲਡ ਨਿਕਾਲਣਾ ਹੈ ਕਿਸੇ ਪੁਆਇੰਟ ਦੇ ਉੱਪਰ। ਆਓ ਬੇਟਾ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ। ਇਹ ਬੇਟਾ ਥੋੜੀ ਜਿਹੀ ਮੈਂ ਡਿਸਕ੍ਰਿਪਸ਼ਨ ਲਿਖੀ ਹੈ, ਇਹ ਤੁਸੀਂ ਦੇਖ ਸਕਦੇ ਹੋ। ਬੇਟਾ ਇਸ ਡਾਇਗਰਾਮ ਦੇ ਵਿੱਚ ਇਹ ਤੁਹਾਡੇ ਕੋਲ ਇੱਕ ਥਿਨ ਵਾਇਰ ਹੈ ਵਿਚ ਇਜ਼ ਯੂਨੀਫਾਰਮਲੀ ਚਾਰਜਡ। ਬੇਟਾ ਇਹਨੂੰ ਹਰ ਜਗ੍ਹਾ 'ਤੇ ਬੇਟਾ ਯੂਨੀਫਾਰਮਲੀ ਅਸੀਂ ਚਾਰਜ ਕਰ ਲਿਆ। ਲੈਂਥ ਬੇਟਾ ਇਹਦੀ ਇਨਫਾਈਨਾਈਟ ਹੈ। ਇਸ ਵਾਇਰ ਕੋਲ ਬੇਟਾ ਇੱਕ ਚਾਰਜ ਡੈਂਸਿਟੀ ਹੋਏਗੀ ਜਿਸ ਨੂੰ ਅਸੀਂ ਬੋਲਾਂਗੇ ਬੇਟਾ ਲੀਨੀਅਰ ਚਾਰਜ ਡੈਂਸਿਟੀ। ਇਹ ਤੁਸੀਂ ਆਲਰੇਡੀ ਡਿਸਕਸ ਕੀਤਾ ਹੈ। ਲੀਨੀਅਰ ਚਾਰਜ ਡੈਂਸਿਟੀ ਜਦੋਂ ਲੈਂਥ ਹੁੰਦੀ ਹੈ ਤੇ ਲੀਨੀਅਰ ਚਾਰਜ ਡੈਂਸਿਟੀ ਹੈ ਬੇਟਾ ਸਾਡੇ ਕੋਲ ਲੈਮਡਾ। ਬੇਟਾ ਆ ਪੀ ਪੁਆਇੰਟ ਹੈ ਜਿਸ ਦਾ ਡਿਸਟੈਂਸ ਵਾਇਰ ਤੋਂ ਆਰ ਹੈ। ਇਸ ਪੀ ਪੁਆਇੰਟ ਦੇ ਉੱਤੇ ਅਸੀਂ ਬੇਟਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਨਿਕਾਲਣਾ ਚਾਹੁੰਦੇ ਹਾਂ ਇਸ ਵਾਇਰ ਕਰਕੇ। ਪਰ ਬੇਟਾ ਅਸੀਂ ਥਿਊਰਮ ਜਿਹੜੀ ਹੈ ਉਹ ਯੂਜ਼ ਕਰਨੀ ਹੈ ਗੌਸਿਸ ਥਿਊਰਮ। ਗੌਸਿਸ ਥਿਊਰਮ ਨੂੰ ਯੂਜ਼ ਕਰਨ ਤੋਂ ਪਹਿਲਾਂ ਸਾਨੂੰ ਇੱਕ ਚੀਜ਼ ਬੇਟਾ ਪਤਾ ਹੋਣੀ ਚਾਹੀਦੀ ਹੈ। ਓਨੀ ਦੇਰ ਤੱਕ ਅਸੀਂ ਗੌਸਿਸ ਥਿਊਰਮ ਨੂੰ ਨਹੀਂ ਲਗਾ ਸਕਦੇ ਜਿੰਨੀ ਦੇਰ ਤੱਕ ਚਾਰਜ ਨੂੰ ਕਿਸੇ ਕਲੋਜ਼ਡ ਸਰਫੇਸ ਦੇ ਵਿੱਚ ਇਨਕਲੋਜ਼ ਨਹੀਂ ਕੀਤਾ ਜਾਵੇ। ਗੌਸਿਸ ਥਿਊਰਮ ਲਗਾਉਣ ਤੋਂ ਪਹਿਲਾਂ ਇਹ ਜਿਹੜਾ ਚਾਰਜ ਹੈ ਇਸ ਨੂੰ ਕਲੋਜ਼ਡ ਸਰਫੇਸ ਦੇ ਵਿੱਚ ਬੰਦ ਕਰਨਾ ਪਏਗਾ ਐਂਡ ਦੈਟ ਕਲੋਜ਼ਡ ਸਰਫੇਸ ਇਜ਼ ਕਾਲਡ Gaussian surface as you know। ਬੇਟਾ Gaussian surface ਜਿਹੜੀ ਹੈ ਉਹਦੀ ਜਿਹੜੀ ਸ਼ੇਪ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਹ ਡਿਪੈਂਡ ਕਰਦੀ ਹੈ ਕਿ ਜਿਹੜਾ ਸਾਡਾ ਇਲੈਕਟ੍ਰਿਕ ਫੀਲਡ ਹੈ ਉਸ ਦੀ ਜਿਹੜੀ ਹੈ ਸਿਮਟਰੀ ਕਿਸ ਤਰ੍ਹਾਂ ਦੀ ਹੈ। ਇਲੈਕਟ੍ਰਿਕ ਫੀਲਡ ਜਿਹੜਾ ਨਿਕਲਦਾ ਪਿਆ ਹੈ ਉਸ ਦੀ ਜਿਹੜੀ ਹੈ ਸਿਮਟਰੀ ਕਿਸ ਤਰ੍ਹਾਂ ਦੀ ਹੈ। ਜਿਹੜਾ ਬੇਟਾ ਸਾਡੇ ਕੋਲ ਲੀਨੀਅਰ ਵਾਇਰ ਹੈ ਇਹਦੇ ਉੱਪਰ ਬੇਟਾ ਹਰ ਜਗ੍ਹਾ 'ਤੇ ਅਸੀਂ ਚਾਰਜ ਨੂੰ ਯੂਨੀਫਾਰਮਲੀ ਡਿਸਟਰੀਬਿਊਟ ਕਰਤਾ। ਇਸ ਦੇ ਇਲੈਕਟ੍ਰਿਕ ਫੀਲਡ ਦੀ ਜਿਹੜੀ ਸਿਮਟਰੀ ਹੈ ਬੇਟਾ ਇਹ ਸਿਲੰਡਰੀਕਲ ਹੁੰਦੀ ਹੈ। ਇਸ ਦੇ ਇਲੈਕਟ੍ਰਿਕ ਫੀਲਡ ਦੀ ਸਿਮਟਰੀ ਬੇਟਾ ਸਿਲੰਡਰੀਕਲ ਹੈ ਐਜ਼ ਸ਼ੋਨ ਇਨ ਫਿਗਰ। ਬੇਟਾ ਆ ਤੁਹਾਡੇ ਕੋਲ ਇੱਕ ਥਿਨ ਵਾਇਰ ਹੈ ਜਿਹਨੂੰ ਬੇਟਾ ਦੇਖੋ ਯੂਨੀਫਾਰਮਲੀ ਅਸੀਂ ਜਿਹੜਾ ਹੈ ਚਾਰਜਡ ਕਰ ਲਿਆ। ਹਰ ਇੱਕ ਪੁਆਇੰਟ ਤੋਂ ਬੇਟਾ ਦੇਖੋ ਇਲੈਕਟ੍ਰਿਕ ਜਿਹੜਾ ਹੈ ਲਾਈਨਸ ਆਫ ਫੋਰਸਿਸ ਨਿਕਲਦੀਆਂ ਬੇਟਾ ਰੇਡੀਅਲੀ ਆਊਟਵਰਡ। ਸਾਰੇ ਪਾਸੋਂ ਨਿਕਲਣਗੇ ਬੇਟਾ। ਇੱਥੋਂ ਬਣਾਉਣਾ ਚਾਹੋਗੇ ਇੱਥੋਂ ਵੀ ਬੇਟਾ ਹਰ ਇੱਕ ਜਗ੍ਹਾ 'ਤੇ ਇਲੈਕਟ੍ਰਿਕ ਲਾਈਨਸ ਆਫ ਫੋਰਸਿਸ ਜਿਹੜੀਆਂ ਨੇ ਰੇਡੀਅਲੀ ਆਊਟਵਰਡ ਨਿਕਲਣਗੀਆਂ। ਸਿਮਿਲਰਲੀ ਥਰੂ ਐਵਰੀ ਪੁਆਇੰਟ ਔਨ ਦਾ ਵਾਇਰ ਇਟ ਵਿਲ ਬੀ ਰੇਡੀ ਆਊਟਵਰਡ। ਅਤੇ ਬੇਟਾ ਜੇ ਸਾਰੀਆਂ ਲਾਈਨਸ ਨੂੰ ਅਸੀਂ ਜੇ ਜੁਆਇਨ ਕਰਦੇ ਹਾਂ ਦੇਖੋ ਤੁਹਾਡੇ ਕੋਲ ਇੱਕ ਬੇਟਾ ਸਿਲੰਡਰ ਬਣਦਾ ਹੈ। ਹੁਣ ਇਹ ਯਾਦ ਰੱਖਣਾ ਹੈ ਕਿ ਜੇਕਰ ਤੁਹਾਡੇ ਕੋਲ ਥਿਨ ਵਾਇਰ ਹੈ ਉਸ ਦੀ ਜਿਹੜੀ ਹੈ ਇਲੈਕਟ੍ਰਿਕ ਫੀਲਡ ਦੀ ਬੇਟਾ ਜਿਹੜੀ ਸਿਮਟਰੀ ਹੈ ਉਹ ਸਿਲੰਡਰੀਕਲ ਹੁੰਦੀ ਹੈ। ਇਹਦਾ ਮਤਲਬ ਜੇ ਅਸੀਂ ਗੌਸਿਸ ਥਿਊਰਮ ਅਪਲਾਈ ਕਰਨੀ ਹੈ ਬੇਟਾ ਤੇ ਜੇ ਅਸੀਂ ਇਸ ਚਾਰਜ ਨੂੰ ਆਪਣੇ ਅੰਦਰ ਇਨਕਲੋਜ਼ ਕਰਨਾ ਹੈ ਬੇਟਾ ਤੇ ਸਾਨੂੰ ਜਿਹੜਾ ਫਿਰ ਉਹ ਗੌਸ਼ੀਅਨ ਸਰਫੇਸ ਜਿਹੜਾ ਡਰਾਅ ਕਰਨਾ ਪਏਗਾ ਉਸ ਦੀ ਜਿਹੜੀ ਸ਼ੇਪ ਹੈ ਉਹ ਸਿਲੰਡਰੀਕਲ ਹੋਏਗੀ। ਆਓ ਬੇਟਾ ਅਸੀਂ ਹੁਣ ਆਪਣੀ ਪ੍ਰੋਬਲਮ 'ਤੇ ਆਉਂਦੇ ਹਾਂ। ਹੁਣ ਬੇਟਾ ਅਸੀਂ ਜਿਹੜਾ ਗੌਸ਼ੀਅਨ ਸਰਫੇਸ ਡਰਾਅ ਕਰਾਂਗੇ ਪਹਿਲੀ ਗੱਲ ਤਾਂ ਯਾਦ ਰੱਖਣਾ ਹੈ ਕਿ ਗੌਸ਼ੀਅਨ ਸਰਫੇਸ ਬੇਟਾ ਉਸ ਪੁਆਇੰਟ ਦੇ ਵਿੱਚੋਂ ਡਰਾਅ ਕਰਨਾ ਹੈ ਜਿੱਥੇ ਅਸੀਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਫਾਈਂਡ ਆਊਟ ਕਰਨੀ ਹੈ। ਅਤੇ ਬੇਟਾ ਗੌਸ਼ੀਅਨ ਸਰਫੇਸ ਜਿਹੜਾ ਹੈ ਉਹ ਬੇਟਾ ਅਸੀਂ ਇਨਫਾਈਨਾਈਟ ਲੈਂਥ ਦਾ ਤਾਂ ਅਸੀਂ ਨਹੀਂ ਬਣਾ ਸਕਦੇ ਕਿਉਂਕਿ ਵਾਇਰ ਦੀ ਲੈਂਥ ਬੇਟਾ ਇਨਫਾਈਨਾਈਟ ਹੈ। ਪਰ ਸਾਨੂੰ ਪਤਾ ਹੈ ਕਿ ਚਾਰਜ ਡੈਂਸਿਟੀ ਹਰ ਜਗ੍ਹਾ 'ਤੇ ਸੇਮ ਹੈ। ਅਸੀਂ ਇੱਕ ਬੇਟਾ ਇੱਕ ਛੋਟਾ ਜਿਹਾ ਇੱਕ ਗੌਸ਼ੀਅਨ ਸਰਫੇਸ ਸਿਲੰਡਰੀਕਲ ਸ਼ੇਪ ਦਾ ਬੇਟਾ ਡਰਾਅ ਕਰਦੇ ਹਾਂ ਕਿਉਂਕਿ ਉਸ ਤੋਂ ਬਗੈਰ ਬੇਟਾ ਸਾਡੀ ਗੌਸਿਸ ਥਿਊਰਮ ਨਹੀਂ ਲੱਗੇਗੀ। ਆਓ ਡਰਾਅ ਕਰੀਏ। ਬੇਟਾ ਇਹ ਤੁਸੀਂ ਦੇਖ ਰਹੇ ਹੋ ਗੌਸ਼ੀਅਨ ਸਰਫੇਸ ਸਿਲੰਡਰੀਕਲ ਸ਼ੇਪ। ਬੇਟਾ ਅਸੀਂ ਇਹਨੂੰ ਡਰਾ ਕਰ ਲਿਆ।
ਇਸ ਬੇਟਾ ਗੌਸ਼ੀਅਨ ਸਰਫੇਸ ਨੇ ਆਪਣੇ ਅੰਦਰ ਬੇਟਾ ਦੇਖੋ ਆ ਜਿਹੜਾ ਚਾਰਜ ਹੈ ਇਹਨੂੰ ਆਪਣੇ ਅੰਦਰ ਬੇਟਾ ਬੰਦ ਕਰ ਲਿਆ। ਇਸ ਗੌਸ਼ੀਅਨ ਸਰਫੇਸ ਦੇ ਬੇਟਾ 3 ਪਾਰਟਸ ਨੇ। ਦੋ ਬੇਟਾ ਹੈ ਸਰਕੂਲਰ, ਜਿਹੜਾ ਸਿਲੰਡਰ ਦੇ ਬੇਟਾ ਜਿਹੜੇ ਬੇਸ ਹੁੰਦੇ ਨੇ, ਤੇ ਬੇਟਾ ਆ ਤੁਹਾਡੇ ਕੋਲ ਜਿਹੜਾ ਨਜ਼ਰ ਆ ਰਿਹਾ ਹੈ ਇਟ ਇਜ਼ ਕਰਵਡ ਪਾਥ, ਕਰਵਡ ਸਰਫੇਸ ਏਰੀਆ। ਸਿਲੰਡਰ ਦਾ ਬੇਟਾ ਜਿਹੜਾ ਕਰਵਡ ਸਰਫੇਸ ਏਰੀਆ ਹੈ ਉਹ ਆ ਹੈ ਬੇਟਾ। ਇਹ ਬੇਟਾ ਦੋਨੋਂ ਜਿਹੜੇ ਪਲੇਨ ਜਿਹੜੇ ਨੇ ਸਰਫੇਸ ਏਰੀਆ ਨੇ, ਟੌਪ ਤੇ ਬੇਟਾ ਇਹ ਬੇਸ ਹੋ ਗਿਆ। ਨਾਓ total electric flux through the closed surface according to Gauss's theorem is given by E dot ds, total electric flux। बेटा इलैक्ट्रिक फ्लक्स से आएगा क्योंकि क्लोज सरफेस ने अपने अंदर जिहड़ा है चार्ज इनक्लोज किया। वो कितना आंदा बेटा, जिन्ना चार्ज बेटा इनसाइड है डिवाइड बेटा कर देने असी एप्साइलोन नॉट दे नाल। यह बेटा साडा हैगा अकॉर्डिंग टू गॉसिस थ्योरम, अकॉर्डिंग टू गॉसिस थ्योरम। हाँ जी बेटा क्लीयर। बेटा इस सिलेंडर का बेटा हुण टोटल फ्लक्स निकालांगे। जे सानू बेटा इसदा टोटल फ्लक्स निकालांगे उस तो बाद बेटा विचों असी इलैक्ट्रिक फील्ड जिहड़ा है वो निकाल सकते हैं। बेटा असी की करते हैं, इस पूरे सिलेंडर नू बेटा असी 3 पार्ट्स डिवाइड करते हैं। दिस इज फर्स्ट पार्ट, सपोज इट इज कर्व्ड सरफेस एरिया। नाउ दिस वन इज द सेकंड एंड दिस वन इज द थर्ड पार्ट। पूरे सिलेंडर नू बेटा असी 3 पार्ट्स विच बेटा असी डिवाइड कर लिया। बेटा ਇਹ ਜਿਹੜੇ ਪਲੇਨ ਸਾਡੇ ਸਰਫੇਸ ਨੇ ਇਹਨਾਂ ਦੇ ਉੱਤੇ ਬੇਟਾ ਜਿੱਥੇ ਮਰਜੀ ਬੇਟਾ ਅਸੀਂ ਇੱਕ ਸਮਾਲ ਏਰੀਆ ਐਲੀਮੈਂਟ ਅਸੀਂ ਬੇਟਾ ਲੈ ਸਕਦੇ ਹਾਂ। ਤੇ ਏਰੀਆ ਐਲੀਮੈਂਟ ਦੇ ਉੱਪਰ ਬੇਟਾ ਜਦੋਂ ਅਸੀਂ ਪਰਪੈਂਡੀਕੂਲਰ ਡਰਾ ਕਰਦੇ ਹਾਂ ਆਊਟਵਰਡ, ਦੈਨ ਡੈਟ ਗਿਵ ਅਸ ਏਰੀਆ ਵੈਕਟਰ। ਬੇਟਾ ਇਹ ਸਰਫੇਸ 2 है, इस करके बेटा ਇਹਦਾ नाम असी DS2 एरिया वैक्टर कहते। बेटा ਇਹਦੇ ਉੱਪਰ भी असी एक स्मॉल एरिया एलिमेंट ले लेने हैं। ਇਹਦੇ ਉੱਪਰ बेटा जे असी परपेंडिकुलर ड्रॉ करांगे साडे को आएगा एरिया वैक्टर, जिस दा बेटा नेम जिहड़ा होएगा सरफेस नंबर 3 है DS3। हाँ जी बेटा क्लीयर। तीसरे नंबर ते बेटा साढ़े को रह गया एक कर्व्ड सरफेस एरिया। ਇਹਦੇ ਉੱਪਰ भी बेटा असी एक स्मॉल एरिया एलिमेंट लैने हैं। तो बेटा एरिया एलिमेंट के ऊपर जो परपेंडिकुलर आउटवर्ड ड्रॉ करते हैं सानू आए देगा बेटा एरिया वैक्टर DS1। ਅਸੀਂ ਕੀ ਕੀਤਾ बेटा टोटल सिलेंड्रिकल ਜਿਹੜਾ ਸਰਫੇਸ ਸੀਗਾ ਉਹਨੂੰ ਅਸੀਂ बेटा 3 ਪਾਰਟਸ ਵਿੱਚ ਅਸੀਂ ਡਿਵਾਈਡ ਕਰਤਾ, ਕਿਉਂਕਿ ਅਸੀਂ बेटा ਇਹਦੇ ਟੋਟਲ ਫਲਕਸ ਨਿਕਾਲਣਾ ਹੈ। ਫਲਕਸ बेटा ਅਸੀਂ ਇਸ ਸਰਫੇਸ ਦਾ ਵੀ ਨਿਕਾਲਾਂਗੇ, ਫਲਕਸ बेटा ਇਹਦਾ ਕਰਵਡ ਸਰਫੇਸ ਦਾ ਵੀ ਨਿਕਾਲਾਂਗੇ, ਤੇ ਫਲਕਸ ਸੈਕੰਡ ਸਰਫੇਸ ਦਾ। ਤੇ ਬਾਅਦ ਚ बेटा ਫਲਕਸ ਤੇ ਸਾਨੂੰ ਪਤਾ ਹੈ ਕਿ ਇੱਕ ਸਕੇਲਰ ਫਿਜ਼ੀਕਲ ਕੁਆਂਟੀਟੀ ਹੈ। तो जे स्केलर फिजिकल कुआंटिटी है बेटा टोटल फ्लक्स निकालने के लिए बेटा इन्हां तीनों फ्लक्स नूं असी ऐड कर देंगे। नाउ कम टू इलैक्ट्रिक फील्ड। बेटा वायर के उपर चार्ज यूनीफॉर्मली डिस्ट्रीब्यूट किया। सानू पता है कि वायर का किसी सरफेस का जिहड़ा है इलैक्ट्रिक फील्ड जिहड़ा है हमेशा सरफेस के परपेंडिकुलर हुंदा है। जे बेटा यह वायर है ਇਹਦਾ इलैक्ट्रिक फील्ड हमेशा जिथे मर्जी बेटा ड्रॉ करोगे इस सरफेस दे हमेशा ही परपेंडिकुलर आएगा, डैट इज़ अलोंग दिस साइड। दिस इज़ द डायरैक्शन ऑफ इलैक्ट्रिक फील्ड। इलैक्ट्रिक फील्ड हमेशा ही चार्जड कंडक्टर दे चार्जड वायर दे बेटा परपेंडिकुलर होंदा। इलैक्ट्रिक फील्ड बेटा अलोंग दिस साइड। एक इलैक्ट्रिक फील्ड की वैल्यू बेटा असी इत्थे भी शो कर देने हाँ, क्योंकि जिन्ने सरफेस एरिया है बेटा उत्थे उत्थे असी शो कर देने हैं।
दिस इज़ द डायरैक्शन ऑफ इलैक्ट्रिक फील्ड। तो बेटा एक इलैक्ट्रिक फील्ड की डायरैक्शन आप इधर शो कर देने हैं। हाँ जी बेटा क्लीयर। इलैक्ट्रिक फील्ड हमेशा चार्जड सरफेस के परपेंडिकुलर। इन द surface third, angle between area vector and electric field is 90 degree. In surface 1 बेटा ਏਰੀਆ ਵੈਕਟਰ ਤੇ ਇਲੈਕਟ੍ਰਿਕ ਫੀਲਡ ਆਪਸ ਵਿੱਚ ਪੈਰਲਲ ਹੋ ਗਏ। ਇਹਨਾਂ ਵਿੱਚ ਬੇਟਾ ਜਿਹੜਾ ਐਂਗਲ ਆਏਗਾ ਉਹ 0 ਡਿਗਰੀ। ਸਰਫੇਸ ਬੇਟਾ ਜਿਹੜਾ ਸਾਡਾ 2 ਹੈ, ਇਹਦੇ ਵਿੱਚ ਬੇਟਾ ਜਿਹੜਾ ਐਂਗਲ ਹੈ ਇਲੈਕਟ੍ਰਿਕ ਫੀਲਡ ਤੇ ਏਰੀਆ ਵੈਕਟਰ 'ਚ ਅਗੇਨ 90 ਡਿਗਰੀ। ਹਾਂਜੀ ਬੇਟਾ ਕਲੀਅਰ। ਇਹ ਬੇਟਾ ਅਸੀਂ ਨਿਊਮੈਰੀਕਲ ਵੀ ਕੱਢੇ, ਅਸੀਂ ਪਿੱਛੇ ਸਮਝਿਆ ਵੀ ਹੈ ਕਿ ਜਦੋਂ ਇਲੈਕਟ੍ਰਿਕ ਫੀਲਡ ਤੇ ਏਰੀਆ ਵੈਕਟਰ ਆਪਸ 'ਚ ਪਰਪੈਂਡੀਕੂਲਰ ਆ ਗਏ ਤੇ ਬੇਟਾ ਸਾਡੇ ਕੋਲ ਇੱਥੇ ਜਦੋਂ ਡਾਟ ਖੋਲੋਗੇ ਤੇ ਕੌਸ ਆਏਗਾ ਤੇ ਕੌਸ 90 0। ਇਸ ਸਰਫੇਸ ਦਾ ਬੇਟਾ ਫਲਕਸ 0 ਹੋਏਗਾ। ਸਿਮਿਲਰਲੀ ਸਰਫੇਸ ਨੰਬਰ ਜਿਹੜਾ ਸੈਕੰਡ ਹੈ ਇਹਦਾ ਵੀ ਬੇਟਾ ਫਲਕਸ ਜਿਹੜਾ ਹੈ 0 ਹੋਏਗਾ। ਇਹਨਾਂ ਦੋਨਾਂ ਸਰਫੇਸ ਦਾ ਫਲਕਸ 0। ਸਿਰਫ ਤੇ ਸਿਰਫ ਬੇਟਾ ਸਾਡਾ ਜਿਹੜਾ ਫਲਕਸ ਆਏਗਾ ਓਨਲੀ ਫॉर curved surface area because electric field and area vector are parallel. Now this closed surface can be open into 3 parts। बेटा ये 3 parts कर लगे हैं। एक आ जाएगा बेटा साढ़े को इंटैग्रेशन। ਇਹਦੇ ਥੱਲੇ बेटा ਅਸੀਂ 1 ਪਾਵਾਂਗੇ E ਵੈਕਟਰ ਡਾਟ DS ਵੈਕਟਰ 1 प्लस दूजा फ्लक्स साढ़े को आ जाएगा थले सैकंड सरफेस का E वैक्टर डॉट DS2 प्लस तीसरा जोड़ा फ्लक्स आएगा ए थले रिप्रजेंट करना है कि किस चीज़ की असी इंटैग्रेशन कर रहे हैं किहड़े सरफेस की। E वैक्टर डॉट DS3 इज इक्वल टू Q। बेटा जिन्ना भी चार्ज इन साइड आ गया ਉਹਦੇ ਅਕੋਰਡਿੰਗ ਅਸੀਂ ਕੈਲਕੂਲੇਸ਼ਨ ਕਰਾਂਗੇ। बेटा एक चीज़ का खास ध्यान रखना है जदों असी इनू 3 पार्ट्स में डिवाइड किया है बेटा इत्थे क्लोज नहीं करना क्योंकि बेटा असी इनू 3 पार्ट्स में ओपन कर लिया है। 3 सरफेस का बेटा असी फ्लक्स निकालांगे। नाउ सरफेस नंबर 1 जिन्हों असी बेटा कर्व्ड सरफेस मन्निया है ये बेटा एंगल 0 सीगा। इत्थे आ जाएगा बेटा साढ़े कोल सरफेस नंबर 1 E वैक्टर नाल बेटा आ जाएगा DS बेटा नू ओपन कर लिया है डॉट प्रोडक्ट DS1 ते साढ़े कोल कॉस 0 डिग्री प्लस दूजा सरफेस है ਇਹਦੇ वास्ते साढ़े कोल जिहड़ा है एंगल इत्थे बेटा वैक्टर नहीं डालांगे DS2 ते कॉस 90 डिग्री क्योंकि परपेंडिकुलर है प्लस अगेन E DS3 cos 90 degree is equal to साढ़े को बेटा Q inside divided by epsilon naught। हाँ जी बेटा क्लियर। इन्हां दे बेटा असी जिहड़ा है रीजन भी देना है। इत्थे रीजन बेटा असी लिख सकते हाँ बिकॉज E वैक्टर पैरेलल टू बेटा DS1 वैक्टर। इत्थे बेटा रीजन लिख सकते हाँ कि E वैक्टर परपेंडिकुलर टू DS2 वैक्टर। इत्थे बेटा रीजन लिख सकते हाँ E वैक्टर परपेंडिकुलर टू अगेन DS3 वैक्टर। नाउ cos 0 is equal to 1 and we get only E DS1 प्लस 0 इक्वल टू cos 90 बेटा 0 हो गया। साढ़े कोल जिहड़ा है इस तो बाद इक्वल टू Q इनसाइड डिवाइडेड बाय एप्सिलॉन नॉट। बेटा इलैक्ट्रिक फील्ड जिहड़ा है उन्होंने असी इंटैग्रेशन चों असी बाहर कढ़ देने हाँ क्योंकि यह यूनीफॉर्म है कॉन्स्टेंट है क्योंकि इसी आर डिस्टेंस से निकाल रहे हैं बेटा चार्ज भी कांस्टेंट है। E
ਸਾਡੇ ਕੋਲ ਰਹਿ ਗਿਆ ਅੰਦਰ ds1 ਇਜ਼ ਇਕੁਅਲ ਟੂ q ਇਨਸਾਈਡ ਡਿਵਾਈਡਡ ਬਾਏ ਬੇਟਾ ਐਪਸਾਈਲਨ ਨੋਟ। ਦਿਸ ਇੰਪਲਾਈ ਬੇਟਾ E ਦਾ E ਆ ਜਾਏਗਾ ਮਲਟੀਪਲਾਈ ਬਾਏ ds1 ਦੀ ਜਿਹੜੀ ਇੰਟੈਗਰੇਸ਼ਨ ਹੈ S1 ਟੋਟਲ ਸਰਫੇਸ ਏਰੀਆ ਸਾਡੇ ਕੋਲ S1 ਆ ਜਾਏਗਾ, ਦੈਨ ਇਕੁਅਲ ਟੂ q ਟੋਟਲ ਚਾਰਜ ਇਨਸਾਈਡ ਡਿਵਾਈਡਡ ਬਾਏ ਐਪਸਾਈਲਨ ਨੋਟ। ਹਾਂਜੀ ਬੇਟਾ ਇੱਥੋਂ ਤੱਕ ਕਲੀਅਰ। ਇਸ ਤੋਂ ਬਾਅਦ S1 ਦੀ ਬੇਟਾ ਅਸੀਂ ਵੈਲਿਊ ਪੁੱਟ ਕਰਾਂਗੇ ਇੱਥੇ। ਹੁਣ S1 ਬੇਟਾ ਕਿਹੜਾ ਆਏਗਾ, ਆਓ ਬੇਟਾ ਅਸੀਂ ਡਾਇਗਰਾਮ ਤੋਂ ਚੈੱਕ ਕਰਦੇ ਹਾਂ। S1 ਮੀਨਸ ਬੇਟਾ ਇਹ ਕਰਵਡ ਸਰਫੇਸ ਏਰੀਆ, ਤੇ ਬੇਟਾ ਕਰਵਡ ਸਰਫੇਸ ਏਰੀਆ ਸਿਲੰਡਰ ਦਾ 2πrl ਬੇਟਾ ਜਿਹੜੇ ਬੇਸ ਹੁੰਦੇ ਆ ਇਹਦਾ ਸਰਫੇਸ ਏਰੀਆ πr² ਹੁੰਦਾ ਹੈ, ਤੇ ਕਰਵਡ ਸਰਫੇਸ ਏਰੀਆ ਜਿਹੜਾ ਹੈ 2πrl। ਇਹਦਾ ਮਤਲਬ ਬੇਟਾ S1 ਦੀ ਜਗ੍ਹਾ ਤੇ ਅਸੀਂ ਜਿਹੜਾ ਹੈ ਟੋਟਲ ਸਰਫੇਸ ਏਰੀਆ ਜਿਹੜਾ ਅਸੀਂ ਪੁੱਟ ਕਰਾਂਗੇ 2πrl। ਦਿਸ ਇੰਪਲਾਈ E multiply by 2πrl and L is the length of Gaussian cylinder, R is the radius of Gaussian cylinder, is equal to beta Q inside divided by epsilon naught। ਬੇਟਾ ਇਹ ਸਾਰੀ ਜਿਹੜੀ ਵੈਲਿਊ ਹੈ ਇਹਨੂੰ ਅਸੀਂ ਬੇਟਾ ਨੀਚੇ ਲੈ ਜਾਂਦੇ ਹਾਂ। ਕਮ ਟੂ ਨੈਕਸਟ ਪੇਜ। E equal to Q inside divided by 2πrl ਬੇਟਾ ਨਾਲ ਆ ਜਾਏਗਾ epsilon naught। Now what is this? This is the charge enclosed in the Gaussian cylinder। ਬੇਟਾ ਜਿਹੜਾ ਚਾਰਜ ਗੌਸ਼ੀਅਨ ਸਿਲੰਡਰ ਦੇ ਅੰਦਰ ਇਨਕਲੋਜ਼ ਹੋਇਆ ਬੇਟਾ ਉਸ ਦੀ ਜਿਹੜੀ ਹੈ ਇਹ ਵੈਲਿਊ ਹੈ। ਪਰ ਸਾਡੇ ਕੋਲ ਵਾਇਰ ਤੇ ਬੇਟਾ ਇਨਫਾਈਨਾਈਟ ਲੈਂਥ ਦੀ ਹੈ, ਹਰ ਜਗ੍ਹਾ ਤੇ ਚਾਰਜ ਡਿਸਟਰੀਬਿਊਟ ਹੋਇਆ ਹੈ, ਪਰ ਅਸੀਂ ਬੇਟਾ ਦੇਖਣਾ ਹੈ ਕਿ ਉਸ ਗੌਸ਼ੀਅਨ ਸਿਲੰਡਰ ਦੇ ਅੰਦਰ ਕਿੰਨਾ ਚਾਰਜ ਇਨਕਲੋਜ਼ਡ ਹੋਇਆ ਹੈ। ਬੇਟਾ ਇਹ ਟੋਟਲ ਚਾਰਜ ਨਹੀਂ ਹੈ ਜਿਹੜਾ ਟੋਟਲ ਵਾਇਰ ਉੱਪਰ ਅਸੀਂ ਡਿਸਟਰੀਬਿਊਟ ਕੀਤਾ ਹੈ, ਇਹ ਉਹ ਚਾਰਜ ਹੈ ਜਿਹੜਾ ਗੌਸ਼ੀਅਨ ਸਿਲੰਡਰ ਨੇ ਆਪਣੇ ਅੰਦਰ ਬੇਟਾ ਇਨਕਲੋਜ਼ ਕਰ ਲਿਆ ਹੈ। Now we know that linear charge density beta lambda charge per unit length beta ਇਹ constant है हर जगह ਤੇ। चार्ज ਦੀ ਜਗ੍ਹਾ ਤੇ ਬੇਟਾ Q ਇਨਸਾਈਡ ਆ ਗਿਆ, ਜਿੰਨਾ ਚਾਰਜ ਇਨਕਲੋਜ਼ਡ ਡਿਵਾਈਡਡ ਬਾਈ ਲੈਂਥ ਬੇਟਾ ਅਸੀਂ ਲੈਂਥ ਲੈ ਰਹੇ ਹਾਂ ਸਿਲੰਡਰ ਦੀ L। ਇੱਥੋਂ ਬੇਟਾ ਅਸੀਂ ਜਿਹੜਾ ਹੈ Q ਇਨਸਾਈਡ ਦੀ ਜਿਹੜੀ ਵੈਲਿਊ ਨਿਕਾਲ ਸਕਦੇ ਹਾਂ, ਲੈਂਥ ਉੱਪਰ ਮਲਟੀਪਲਾਈ ਹੋ ਜਾਏਗੀ, ਸਾਡੇ ਕੋਲ ਆ ਜਾਏਗਾ ਲੈਮਡਾ ਮਲਟੀਪਲਾਈ ਬਾਈ L ਆ ਜਾਏਗਾ। ਆਹ ਵੈਲਿਊ ਬੇਟਾ ਅਸੀਂ ਇਹਦੇ ਉੱਪਰ ਪੁੱਟ ਕਰ ਦਿੰਦੇ ਹਾਂ। ਇਲੈਕਟ੍ਰਿਕ ਫੀਲਡ ਦੀ ਵੈਲਿਊ ਬੇਟਾ ਸਾਡੇ ਕੋਲ ਆ ਜਾਏਗੀ ਲੈਮਡਾ L ਡਿਵਾਈਡਡ ਬਾਈ 2πrl epsilon naught। L na L beta cancel and we get E equal to lambda divided by 2π epsilon naught r। This is the final expression for electric field at point P due to thin uniformly charged wire। ਔਰ ਬੇਟਾ ਸਾਨੂੰ ਇੱਥੋਂ ਕੀ ਪਤਾ ਲੱਗਾ ਕਿ ਜਿਹੜਾ E ਹੈ ਇਹ ਬੇਟਾ ਵੇਰੀ ਕਰ ਰਿਹਾ ਹੈ ਇਨਵਰਸਲੀ ਪ੍ਰਪੋਰਸ਼ਨਲ ਟੂ ਡਿਸਟੈਂਸ। ਇਨਵਰਸਲੀ ਪ੍ਰਪੋਰਸ਼ਨਲ ਟੂ ਡਿਸਟੈਂਸ। ਜੇ E ਦੇ ਵਿੱਚ ਤੇ ਬੇਟਾ R ਦੇ ਵਿੱਚ ਅਸੀਂ ਜੇ ਗ੍ਰਾਫ ਬਣਾਵਾਂਗੇ ਸਾਡੇ ਕੋਲ ਰੈਕਟੈਂਗੂਲਰ ਸਾਡੇ ਕੋਲ ਜਿਹੜਾ ਹੈ ਹਾਈਪਰਬੋਲਾ ਜਿਹੜਾ ਗ੍ਰਾਫ ਆਏਗਾ। ਹਾਂਜੀ ਬੇਟਾ ਕਲੀਅਰ। ਇੱਕ ਚੀਜ਼ ਬੇਟਾ ਅਸੀਂ ਇਹਦੇ ਅੰਦਰ ਨੋਟ ਕੀਤੀ ਹੈ, ਜਿਹੜਾ ਗੌਸ਼ੀਅਨ ਸਰਫੇਸ ਅਸੀਂ ਬੇਟਾ ਡਰਾ ਕੀਤਾ ਸੀ ਉਹਦੇ ਲੈਂਥ ਦੇ ਉੱਤੇ ਬੇਟਾ ਇਹ ਇਲੈਕਟ੍ਰਿਕ ਫੀਲਡ ਡਿਪੈਂਡ ਨਹੀਂ ਕਰ ਰਿਹਾ। ਇਹਦਾ ਮਤਲਬ ਬੇਟਾ ਗੌਸ਼ੀਅਨ ਸਰਫੇਸ ਭਾਵੇਂ ਤੁਸੀਂ ਉਹਦੀ ਲੰਬਾਈ ਜ਼ਿਆਦਾ ਕਰ ਲੈਂਦੇ ਜਾਂ ਘੱਟ ਕਰ ਲੈਂਦੇ,
ਇਲੈਕਟ੍ਰਿਕ ਫੀਲਡ ਇੰਟੈਂਸਿਟੀ ਜਿਹੜੀ ਹੈ ਬੇਟਾ ਉਹ ਸੇਮ ਹੀ ਰਹੇਗੀ। ਬੇਟਾ ਯੂਨੀਫਾਰਮ ਚਾਰਜਡ ਡੈਂਸਿਟੀ ਹੈ। ਇਲੈਕਟ੍ਰਿਕ ਫੀਲਡ ਡਿਪੈਂਡ ਕਰਦਾ ਬੇਟਾ ਕਿ ਤੁਸੀਂ ਵਾਇਰ ਤੋਂ ਕਿੰਨਾ ਦੂਰ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ ਨਿਕਾਲ ਰਹੇ ਹੋ। ਸਿਲੰਡਰ ਬੇਟਾ ਛੋਟਾ ਬਣਾ ਲਓ, ਵੱਡਾ ਬਣਾ ਲਓ, ਪਰ ਬੇਟਾ ਉਹਦੀ ਜਿਹੜੀ ਹੈ ਰੇਡੀਅਸ ਦੇ ਉੱਤੇ, ਸਿਲੰਡਰ ਦਾ ਜਿਹੜਾ ਰੇਡੀਅਸ ਹੈ ਉਹਦੇ ਉੱਪਰ ਜਿਹੜਾ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਜਿਹੜੀ ਹੈ ਉਹ ਡਿਪੈਂਡ ਕਰੇਗੀ। ਹਾਂਜੀ ਬੇਟਾ ਕਲੀਅਰ। ਜੇ ਬੇਟਾ ਇਸ ਦਾ ਅਸੀਂ ਜਿਹੜਾ ਗ੍ਰਾਫ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਗ੍ਰਾਫ ਜਿਹੜਾ ਹੈ ਰੈਕਟੈਂਗੂਲਰ ਹਾਈਪਰਬੋਲਾ ਦਾ ਅਕੋਰਡਿੰਗ ਕਿਸ ਤਰ੍ਹਾਂ ਆਏਗਾ, ਜੇ ਇੱਧਰ ਨੂੰ ਬੇਟਾ ਅਸੀਂ ਆਰ ਪਲਾਟ ਕਰੀਏ, ਇਸ ਡਾਇਰੈਕਸ਼ਨ 'ਚ ਬੇਟਾ ਈ ਪਲਾਟ ਕਰਦੇ ਹਾਂ, ਦੈਨ ਦਾ ਗ੍ਰਾਫ ਵਿਲ ਬੀ ਲਾਈਕ ਦਿਸ। ਜਿਉਂ ਬੇਟਾ ਸਾਡਾ ਜਿਹੜਾ ਹੈ ਆਰ ਵਧੇਗਾ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਬੇਟਾ ਸਾਡੀ ਜਿਹੜੀ ਹੈ ਉਹ ਘਟਦੀ ਜਾਏਗੀ। ਹਾਂਜੀ ਬੇਟਾ ਕਲੀਅਰ। ਤੇ ਜਦੋਂ ਅਸੀਂ ਬੇਟਾ ਇਨਫਿਨਿਟੀ ਡਿਸਟੈਂਸ ਤੇ ਚਲੇ ਜਾएंगे, ਵਾਇਰ ਤੋਂ ਕਾफ़ੀ ਦੂਰ ਚਲੇ ਜਾएंगे, ਤੇ ਬੇਟਾ ਸਾਡੀ ਇਲੈਕਟ੍ਰਿਕ ਫੀਲਡ ਘਟਦੀ ਜਿਹੜੀ ਹੈ ਉਹ ਜ਼ੀਰੋ ਹੋ ਜਾਏਗੀ। ਹਾਂਜੀ ਬੇਟਾ ਕਲੀਅਰ। ਓਕੇ ਬੇਟਾ, ਥੈਂਕ ਯੂ।